ਨੌਜਵਾਨ ਤੇ ਛੋਟੇ ਬੱਚੇ ਬੱਚੀਆਂ ਨੂੰ ਮੁੱਖ ਰੱਖ ਕੇ ਇੱਕ ਇਤਿਹਾਸਕ ਲੜੀ ਸ਼ੁਰੂ ਹੋਈ ਹੈ। ਉਹਨੂੰ ਹੀ ਕੁਛ ਅੱਗੇ ਤੋਰਦਾ। ਇੱਥੋਂ ਤੱਕ ਜਿਹੜਾ ਜ਼ਿਕਰ ਹੈ ਉਹ ਸਾਧ ਸੰਗਤ ਦੇ ਵਿੱਚ ਹੋ ਚੁੱਕਾ ਸੀ ਕਿ ਸਤਿਗੁਰੂ ਰਾਮ ਸਿੰਘ ਅਨੰਦਪੁਰ ਸਾਹਿਬ ਦੇ ਹੋਲੇ ਵਾਸਤੇ ਜਿਹੜਾ ਹੈ ਉਹ ਰਵਾਨਾ ਹੁੰਦੇ ਨੇ। ਅਨੰਦਪੁਰ ਸਾਹਿਬ ਦਾ ਉਹ ਹੋਲਾ ਜਿਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਸੀ ਉਹ ਨਾਮਧਾਰੀ ਸਿੰਘ ਸ਼ਾਮਲ ਹੋਏ। ਇਹਦਾ ਜ਼ਿਕਰ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਉਪਦੇਸ਼ ਦੇ ਵਿੱਚ ਵੀ ਮਿਲਦਾ ਹੈ ਕਿ ਬਹੁਤ ਵੱਡਾ ਇਕੱਠ, ਬਹੁਤ ਵੱਡੀ ਜਿਹੜੀ ਸੀ ਗਿਣਤੀ ਉਹ ਕੂਕਿਆਂ ਦੀ ਉਸ ਮੇਲੇ ਨੂੰ ਵੇਖਣ ਵਾਸਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਨਾਲ ਗਈ। ਇੱਕ ਘਟਨਾ ਦਾ ਜ਼ਿਕਰ ਕਰਦੇ ਨੇ ਸਤਿਗੁਰੂ ਪ੍ਰਤਾਪ ਸਿੰਘ ਆਪਣੇ ਉਪਦੇਸ਼ ਦੇ ਵਿੱਚ ਕਿ ਜਦੋਂ ਅੰਗਰੇਜ਼ ਅਧਿਕਾਰੀ ਪੈਰ ਪੈਰ ਦੇ ਉੱਤੇ ਕੂਕਿਆਂ ਦੀ ਹਰ ਜਿਹੜੀ ਸੀ ਗਤੀਵਿਧੀ ਉਹਦੇ ਉੱਤੇ ਨਿਗਰਾਨੀ ਰੱਖ ਰਹੇ ਨੇ, ਤੇ ਸਤਿਗੁਰੂ ਰਾਮ ਸਿੰਘ ਨੂੰ ਜਦੋਂ ਪੁਲਿਸ ਅਧਿਕਾਰੀ ਅੰਗਰੇਜ਼ ਅਧਿਕਾਰੀ ਮਿਲਣ ਵਾਸਤੇ ਆਉਂਦੇ ਨੇ ਤੇ ਸਭ ਤੋਂ ਅੱਗੇ ਘੋੜੇ ਤੇ ਸਵਾਰ ਗੁਰੂ ਸਾਹਿਬ ਜਦੋਂ ਆਪਣੀ ਬਾਂਹ ਖੜੀ ਕਰਦੇ ਨੇ ਤੇ ਵੱਡੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆ ਰਹੇ ਮਗਰ ਜਿਹੜੇ ਸੀ ਕੂਕੇ ਉਹ ਆਪਣੇ ਉਸੇ ਸਥਾਨ ਦੇ ਉੱਤੇ ਉਸੇ ਵੇਲੇ ਰੁਕ ਜਾਂਦੇ ਨੇ। ਇਹੋ ਜਿਹੇ ਡਿਸਿਪਲਨ ਨੂੰ ਵੇਖ ਕੇ, ਇਹੋ ਜਿਹੀ ਇੱਕ ਕਿਸੇ ਨੇਤਾ ਦੀ ਅਗਵਾਈ ਦੇ ਵਿੱਚ ਇੰਨੇ ਲੋਕਾਂ ਦਾ ਇਕੱਠਾ ਤੁਰਨਾ ਤੇ ਇਕੱਠਾ ਰੁਕਣਾ ਵੇਖ ਕੇ ਅੰਗਰੇਜ਼ ਸਰਕਾਰ ਜਿਹੜੀ ਸੀ ਉਹ ਡਰਦੀ ਸੀ। ਸਤਿਗੁਰੂ ਸੱਚੇ ਪਾਤਸ਼ਾਹ ਦੇ ਜਿਹੜੇ ਅਸੀਂ ਇਹ ਗੱਲ ਸ਼ਰਵਣ ਕੀਤੀ ਪਿਛਲੇ ਇਤਿਹਾਸ ਦੇ ਵਿੱਚ, ਕੁਛ ਗੱਲਾਂ ਕਾਫੀ ਦਿਨਾਂ ਬਾਅਦ ਗੱਲ ਹੋ ਰਹੀ ਹੈ, ਮੈਨੂੰ ਕੁਛ ਗੱਲਾਂ ਰਿਪੀਟ ਕਰਨੀਆਂ ਪੈਣੀਆਂ ਲੜੀ ਨਾਲ ਜੁੜਨ ਵਾਸਤੇ। ਇਹ ਗੱਲ ਦਾ ਅਸੀਂ ਸ਼ਰਵਣ ਕੀਤਾ, ਜ਼ਿਕਰ ਹੋਇਆ ਕਿ 1857 'ਚ ਸੰਤ ਖਾਲਸੇ ਦੀ ਸਿਰਜਣਾ ਹੁੰਦੀ ਹੈ। 1863 ਦੇ ਵਿੱਚ ਜਿਹੜਾ ਹੈ ਉਹ ਪੋਲੀਟੀਕਲ ਤੌਰ 'ਤੇ ਜਿਹੜਾ ਸੀ ਐਕਸ਼ਨ ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਜਿਹੜਾ ਸੀ ਬਾਰੇ ਸਰਕਾਰ ਲੈਂਦੀ ਹੈ। ਤੇ ਪਹਿਲੀ ਜਿਹੜੀ ਰਿਪੋਰਟ ਹੈ ਉਹ 1863 ਦੀ ਹੈ ਕਿ ਕੂਕਿਆਂ ਦੀਆਂ ਗਤੀਵਿਧੀਆਂ ਨੂੰ ਕੇਵਲ ਧਾਰਮਿਕ ਤੌਰ 'ਤੇ ਨਾ ਵੇਖਿਆ ਜਾਵੇ, ਇਹ ਵੱਡੇ ਸੰਘਰਸ਼ ਤੇ ਵੱਡੇ ਸੰਗਰਾਮ ਕਰਨ ਲਈ ਤਿਆਰ ਹੋ ਰਹੇ ਨੇ। ਤੇ ਉਸ ਤੋਂ ਬਾਅਦ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡਾ ਇਤਿਹਾਸ ਅਸੀਂ ਬਾਬਾ ਸੰਤੋਖ ਸਿੰਘ ਬਾਹੋਵਾਲ ਹੁਣਾਂ ਦੇ ਰਾਹੀਂ ਸਰਵਣ ਕਰਦੇ ਰਹੇ ਹਾਂ ਕਿ ਬਹੁਤ ਸਾਰੇ ਜਸੂਸ ਭੈਣੀ ਸਾਹਿਬ ਰਹਿੰਦੇ ਨੇ, ਕੂਕਿਆਂ ਦੇ ਦੀਵਾਨਾਂ ਦੇ ਵਿੱਚ ਆ ਕੇ ਬੈਠੇ ਰਹਿੰਦੇ ਨੇ, ਜਿਹੜੇ ਪੈਰ ਪੈਰ ਦੀ ਮਿੰਟ ਮਿੰਟ ਦੀ ਰਿਪੋਰਟ ਜਿਹੜੀ ਹੈ ਉਹ ਅੰਗਰੇਜ਼ ਸਰਕਾਰ ਨੂੰ ਕਰਦੇ ਨੇ। ਸਤਿਗੁਰੂ ਰਾਮ ਸਿੰਘ ਦੇ ਦੌਰਿਆਂ ਤੇ ਪਾਬੰਦੀਆਂ ਲੱਗਦੀਆਂ ਨੇ। ਸਤਿਗੁਰੂ ਜੀ ਉਹਨਾਂ ਦੀ ਹਰ ਹਰਕਤ ਨੂੰ ਪਛਾਣਦੇ ਨੇ ਤੇ ਉਹਨਾਂ ਤੋਂ ਚਾਰ ਪੈਰ ਅੱਗੇ ਹੋ ਕੇ ਦੀ ਸੋਚਦੇ ਨੇ, ਕਿਉਂਕਿ ਅੰਗਰੇਜ਼ ਜਦੋਂ ਵੀ ਕੋਈ ਵੀ ਹਕੂਮਤ ਕਿਸੇ ਦੂਸਰੇ ਦੇਸ਼ ਨੂੰ ਗੁਲਾਮ ਬਣਾਉਂਦੀ ਹੈ ਨਾ, ਉਹਦੇ ਆਪਣੇ ਫਾਇਦੇ ਹੁੰਦੇ ਨੇ ਬਹੁਤ ਸਾਰੇ। ਅੰਗਰੇਜ਼ ਹਿੰਦੁਸਤਾਨ ਦੇ ਵਿੱਚ ਆਇਆ 1757 ਦੀ ਪਲਾਸੀ ਦੀ ਲੜਾਈ ਤੋਂ ਬਾਅਦ ਕਾਬਜ ਹੋਣਾ ਸ਼ੁਰੂ ਹੋ ਗਿਆ। 73 ਦੇ ਵਿੱਚ ਸੁਪਰੀਮ ਕੋਰਟ ਦੀ ਸਥਾਪਨਾ ਕਰ ਦਿੰਦੇ ਨੇ। ਬੰਗਾਲ ਨੂੰ ਜਿੱਤਦੇ ਬੰਗਾਲ ਵਾਲੇ ਪਾਸਿਓਂ ਐਂਟਰ ਹੋਏ, ਜਿੱਤਦੇ ਹਿੰਦੁਸਤਾਨ ਦੀਆਂ ਰਿਆਸਤਾਂ ਨੂੰ ਦਬਾਉਂਦੇ ਅਖੀਰ ਦੇ ਉੱਤੇ ਪੰਜਾਬ ਆਉਂਦਾ ਸੀ ਤੇ ਪੰਜਾਬ ਦੇ ਉੱਤੇ 49 ਦੇ ਵਿੱਚ ਕਾਬਜ ਹੋ ਜਾਂਦੇ ਨੇ। 1849 ਦੇ ਵਿੱਚ ਇਸ ਸਾਰੇ ਰਾਜ ਗੱਦੀ ਦੇ ਸਿਲਸਿਲੇ ਦੇ ਵਿੱਚ ਅੰਗਰੇਜ਼ ਇੱਕ ਵਪਾਰੀ ਬਣ ਕੇ ਹਿੰਦੁਸਤਾਨ ਤੇ ਉਹਦੀ ਆਮਦ ਹੁੰਦੀ ਹੈ ਤੇ ਆਰਥਿਕ ਤੌਰ ਤੇ ਆਪਣੇ ਦੇਸ਼ ਵਾਸਤੇ ਉਹ ਕੰਪਨੀ ਜਿਹੜੀ ਸੀ ਆਪਣੇ ਮੁਨਾਫੇ ਵਾਸਤੇ ਇੱਥੇ ਜਿਹੜੇ ਸੀ ਉਹ ਕਰਮ ਕਰਦੀ ਪਈ ਸੀ। ਤੇ ਲੰਮੇ ਸਮੇਂ ਲਈ ਹਮੇਸ਼ਾ ਕਾਰਪੋਰੇਟ ਜਾਂ ਇੱਕ ਕੰਪਨੀ ਜਾਂ ਇੱਕ ਮੁਨਾਫਾ ਖੱਟਣ ਵਾਲਾ ਲੰਮੇ ਸਮੇਂ ਦੇ ਮੁਨਾਫੇ ਨੂੰ ਮੁੱਖ ਰੱਖ ਕੇ ਆਪਣਾ ਜਿਹੜਾ ਉਹ ਬਿਜ਼ਨਸ ਜਾਂ ਆਪਣਾ ਕੰਮ ਕਰਦਾ ਹੈ ਕਿ ਮੇਰਾ ਲੰਮਾ ਸਮਾਂ ਕੰਮ ਚੱਲਦਾ ਰਹੇ। ਤੇ ਅੰਗਰੇਜ਼ ਵੀ ਇਸੇ ਸੋਚ ਦੇ ਅਧੀਨ ਸੀ ਤੇ ਅੰਗਰੇਜ਼ ਹਕੂਮਤ ਇਹ ਸੋਚਦੀ ਸੀ ਕਿ ਭਾਰਤੀਆਂ ਦੇ ਉੱਤੇ ਜਾਂ ਗੁਲਾਮ ਬਸਤੀਆਂ ਦੇ ਉੱਤੇ, ਕਿਉਂਕਿ ਭਾਰਤ ਵੀ ਇੱਕ ਉਹਨਾਂ ਦਾ ਹਿੱਸਾ ਸੀ, ਅਫਰੀਕਾ ਦੇ ਬਹੁਤ ਸਾਰੇ ਦੇਸ਼ ਸਨ ਜਿਹੜੇ ਉਹਨਾਂ ਦੇ ਅਧੀਨ ਸੀ, ਇਹਨਾਂ ਤੇ ਲੰਮਾ ਸਮਾਂ ਰਾਜ ਕਿੱਦਾਂ ਕੀਤਾ ਜਾ ਸਕਦਾ ਹੈ। ਇੱਥੋਂ ਦੇ ਜਿਹੜੇ ਲੋਕ ਨੇ, ਮਜ਼ਦੂਰ ਨੇ, ਉਹਨਾਂ ਦਾ ਅਸੀਂ ਲੰਮਾ ਸਮਾਂ ਕਿੱਦਾਂ ਵਰਤੋਂ ਕਰ ਸਕਦੇ ਹਾਂ, ਸ਼ੋਸ਼ਣ ਕਰ ਸਕਦੇ ਹਾਂ। ਤਾਂ ਉਹਦੇ ਵਾਸਤੇ ਇੱਕ ਹਥਿਆਰ ਜਿਹੜੀ ਹੈ ਉਹ ਸੱਤਾ ਇਹ ਵਰਤਦੀ ਹੈ। ਪੱਛਮ ਦਾ ਚਿੰਤਕ ਐਂਟੋਨੀਓ ਗ੍ਰਾਮਸ਼ੀ ਇੱਕ ਗੱਲ ਲਿਖਦਾ ਹੈ, ਲੰਮਾ ਸਮਾਂ ਜੇਲ੍ਹ ਦੇ ਵਿੱਚ ਰਿਹਾ ਇਟਲੀ ਦੇ ਵਿੱਚ,
ਹਕੂਮਤ ਦੀਆਂ ਮਾਰਾਂ ਸਹੀਆਂ, ਤੇ ਉਹ ਇੱਕ ਗੱਲ ਦਾ ਜ਼ਿਕਰ ਕਰਦਾ, ਕਹਿੰਦਾ ਉਹ ਵਿਚਾਰਧਾਰਕ ਸਰਦਾਰੀ ਕਰਦੀ ਹੈ। ਤੁਹਾਡੀ ਸੋਚ ਤੇ, ਤੁਹਾਡੀ ਮਾਨਸਿਕਤਾ ਤੇ, ਤੁਹਾਡੇ ਸੋਚਣ ਤਰੀਕੇ ਦੇ ਉੱਤੇ ਹਕੂਮਤ ਰਾਜ ਕਰਦੀ ਹੈ। ਉਹ ਇਸ ਤਰ੍ਹਾਂ ਅਸੀਂ ਵੇਖਦੇ ਹਾਂ, ਮਾਰਕੀਟਿੰਗ ਵਾਲੇ ਅੱਜ ਦੇ ਦੌਰ ਦੇ ਵਿੱਚ ਬਹੁਤ ਤੇਜ਼ ਮਾਰਕੀਟਿੰਗ ਦਾ ਦੌਰ ਵਧਿਆ ਹੈ, ਤੇ ਅਸੀਂ ਇਸ ਗੱਲ ਨੂੰ ਮਹਿਸੂਸ ਕਰਦੇ ਹਾਂ ਕਿ ਮਾਰਕੀਟਿੰਗ ਦਾ ਮਤਲਬ ਹੀ ਇਹ ਹੈ ਕਿ ਜਿਹੜਾ ਖਰੀਦਦਾਰ ਏ ਉਹਨੂੰ ਆਪਣੇ ਵੱਲ ਆਕਰਸ਼ਿਤ ਕਰਨਾ। ਤੇ ਸਾਡੇ ਨਾਲ ਇਹ ਸੁਭਾਵਿਕ ਹੋ ਜਾਂਦਾ ਕਿ ਬਾਜ਼ਾਰ ਦੇ ਵਿੱਚ ਅਸੀਂ ਕੋਈ ਚੀਜ਼ ਲੈਣ ਵਾਸਤੇ ਜਾਂਦੇ ਹਾਂ ਤੇ ਉਹ ਤੇ ਅਸੀਂ ਖਰੀਦਦੇ ਨਹੀਂ, ਤੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਖਰੀਦ ਘਰ ਵਿੱਚ ਲੈ ਆਉਂਦੇ ਹਾਂ। ਅਸੀਂ ਵੇਖਦੇ ਹਾਂ ਕਿ 70% ਸੇਲ ਚੱਲਦੀ ਹੈ, 60% ਚੱਲਦੀ ਹੈ, ਇਹ ਖਰੀਦ ਲਓ ਅੱਜ ਸਸਤੀ ਮਿਲਦੀ ਹੈ। ਮਾਰਕੀਟ ਸਾਨੂੰ ਖਿੱਚਦੀ ਹੈ, ਸਾਡੀ ਆਈਡੀਓਲੋਜੀ ਤੇ ਰਾਜ ਕਰਦੀ ਹੈ, ਤੇ ਹਕੂਮਤ ਆਈਡੀਓਲੋਜੀ ਤੇ ਰਾਜ ਨਾ ਕਰੇ ਤਾਂ ਉਹਦੀ ਹਕੂਮਤ ਛੇਤੀ ਤਹਿਸ ਨਹਿਸ ਹੋ ਜਾਂਦੀ ਹੈ। ਪਿਛਲੇ ਸਮੇਂ 'ਚ ਤੇ ਹਿੰਦੁਸਤਾਨ ਦੀ ਸਰਕਾਰ ਮੌਜੂਦਾ ਦੇ ਇਸ ਤਰ੍ਹਾਂ ਦੇ ਕਾਰਨਾਮੇ ਸਾਹਮਣੇ ਆ ਰਹੇ ਨੇ। ਖੈਰ, ਮੈਂ ਗੱਲ ਕਰਦਾ ਸੀ ਕਿ ਆਰਥਿਕ ਮੁਨਾਫੇ ਦੇ ਨਾਲ ਨਾਲ ਹਿੰਦੁਸਤਾਨ ਦੇ ਵਿੱਚ ਅੰਗਰੇਜ਼ ਨੇ ਇਹ ਸੋਚਿਆ ਕਿ ਇਹਨਾਂ ਦੇ ਉੱਤੇ ਵਿਚਾਰਧਾਰਕ ਸਰਦਾਰੀ ਕਿੱਦਾਂ ਕੀਤੀ ਜਾ ਸਕਦੀ ਹੈ। ਉਹਨੇ ਉਹਦੇ ਵਾਸਤੇ ਇਹ ਸੋਚਿਆ ਕਿ ਇਹ ਲੋਕ ਸੋਚਦੇ ਕਿੱਦਾਂ ਨੇ, ਇਹਨਾਂ ਦਾ ਸੋਚਣ ਲਹਿਜ਼ਾ ਕੀ ਹੈ। ਤੇ ਇਤਿਹਾਸ ਦੱਸਦਾ ਕਿ ਬਹੁਤ ਸਾਰੇ ਵੱਡੇ ਪੱਧਰ ਦੇ ਉੱਤੇ ਪੰਜਾਬ ਹੀ ਨਹੀਂ, ਸਾਰੇ ਦੇਸ਼ ਦੇ, ਹਿੰਦੁਸਤਾਨ ਦੇ ਕਲਚਰ ਦੇ ਉੱਤੇ ਰਿਸਰਚ ਕੀਤੀ, ਉਹਨਾਂ ਦੀਆਂ ਲੋਕ ਕਹਾਣੀਆਂ, ਬੋਲੀਆਂ, ਕਵਿਤਾਵਾਂ, ਕਿ ਇਹ ਖੁਸ਼ੀ ਵਿੱਚ ਕਿੱਦਾਂ ਸੋਚਦੇ ਨੇ, ਗਮੀ ਦੇ ਵਿੱਚ ਹੋਣ ਤੇ ਕਿਵੇਂ ਦਾ ਸੋਚਦੇ ਨੇ। ਤੇ ਸ਼ਰਧਾ ਰਾਮ ਫਲੌਰੀ ਇੱਕ ਸਿੱਖ ਪੰਜਾਬੀ ਸਕਾਲਰ ਹੋਇਆ ਹੈ, ਜਿਹਨੂੰ ਅੰਗਰੇਜ਼ ਨੇ ਖਰੀਦ ਕੇ 2 ਕਿਤਾਬਾਂ ਲਿਖਵਾਈਆਂ, ਜਿਨ੍ਹਾਂ ਦਾ ਨਾਮ ਸੀ ਪੰਜਾਬੀ ਬਾਤਚੀਤ ਤੇ ਸਿੱਖ ਰਾਜ ਦੀ ਵਿਥਿਆ। ਇਹ 1849, 50, 51 ਦੇ ਵਿੱਚ ਛਪੀਆਂ ਕਿਤਾਬਾਂ। ਇਹ ਕਿਤਾਬਾਂ ਉਸ ਸਿਲੇਬਸ ਦੇ ਵਿੱਚ ਐਡ ਹੁੰਦੀਆਂ ਜਿਹੜੇ IAS ਅਫਸਰ, ਅੰਗਰੇਜ਼ ਅਧਿਕਾਰੀ ਇੰਗਲੈਂਡ ਤੋਂ ਪੰਜਾਬ ਵਾਸਤੇ ਜਿਹੜੇ ਸੀ ਉਹ ਨਿਯੁਕਤ ਕੀਤੇ ਜਾਂਦੇ। ਉਹਨਾਂ ਦੇ 6 ਮਹੀਨੇ ਦੇ ਕੋਰਸ ਦੇ ਵਿੱਚ ਇਹ ਕਿਤਾਬਾਂ ਲੱਗੀਆਂ ਹੁੰਦੀਆਂ, ਤੇ ਇਹਨਾਂ ਕਿਤਾਬਾਂ ਦੇ ਵਿੱਚ ਪੰਜਾਬੀਆਂ ਦੀ ਮਾਨਸਿਕਤਾ, ਪੰਜਾਬੀਆਂ ਦੇ ਸੋਚਣ ਲਹਿਜ਼ੇ, ਰਹਿਤਲ, ਸੱਭਿਆਚਾਰ ਤੇ ਇਤਿਹਾਸ ਦੀ ਜਾਣਕਾਰੀ ਹੁੰਦੀ ਕਿ ਜਿਹੜਾ ਪੰਜਾਬ ਦੇ ਵਿੱਚ DC ਜਾ ਰਿਹਾ ਕਿਸੇ ਜ਼ਿਲ੍ਹੇ ਦੇ ਵਿੱਚ, ਉਹਨੂੰ ਘੱਟੋ ਘੱਟ ਪਤਾ ਹੋਵੇ ਲੋਕ ਸੋਚਦੇ ਕਿੱਦਾਂ ਨੇ। ਤੇ ਫਿਰ ਵੱਖ-ਵੱਖ ਹਥਿਆਰ ਵਰਤੇ ਜਾਂਦੇ ਨੇ। ਬਰਤਾਨਵੀ ਸਰਕਾਰ ਨੇ ਵੀ ਉਹ ਹਥਿਆਰ ਵਰਤੇ। ਇਹ ਸਾਰਾ ਕੁਝ ਦੱਸਣ ਦਾ ਮਤਲਬ ਮੇਰਾ ਇਹ ਹੈ, ਅੰਗਰੇਜ਼ ਗੁਰੂ ਰਾਮ ਸਿੰਘ ਦੇ ਉਸ ਇਤਿਹਾਸ ਦੇ ਵਿੱਚ ਪ੍ਰਤੀ ਨਾਇਕ ਧਿਰ ਜਿਹੜੀ ਹੈ ਉਹ ਨਿਭਾਉਂਦਾ ਹੈ। ਨਾਇਕ ਉਦੋਂ ਹੀ ਨਾਇਕ ਦੀ ਸਿਰਜਣਾ ਹੁੰਦੀ ਹੈ। ਤੁਸੀਂ ਸਾਰੇ ਚੰਡੀ ਦੀ ਵਾਰ ਦਾ ਪਾਠ ਕਰਦੇ ਹੋ, ਉਹਦੇ ਵਿੱਚ ਗੁਰੂ ਸਾਹਿਬ ਨੇ ਚੰਡੀ ਦੀ ਇੱਕ ਦੇਵੀ ਦੀ ਉਸਤਤ ਕੀਤੀ ਹੈ, ਪਰ ਤੁਸੀਂ ਪੜ੍ਹ ਕੇ ਵੇਖੋ 55 ਪੌੜੀਆਂ ਦੇ ਵਿੱਚ ਬਹੁਤਾ ਜ਼ਿਕਰ ਜਿਹੜਾ ਹੈ ਉਹ ਰਾਖਸ਼ਾਂ ਦਾ ਹੋਇਆ ਹੈ, ਤੇ ਚੰਡੀ ਦੀ ਅਖੀਰ ਉੱਤੇ ਉਹਨਾਂ ਦੀ ਜਿੱਤ ਵਿਖਾਈ ਗਈ ਹੈ। ਸੁੰਭ ਨਸੁੰਭ ਕਿਹੋ ਜਿਹੇ ਰਾਖਸ਼ ਸਨ, ਧੂਮਨ ਕੇਤ ਕਿਹੋ ਜਿਹਾ ਰਾਖਸ਼ ਸੀ। ਜਦੋਂ ਪ੍ਰਤੀ ਨਾਇਕ ਧਿਰ ਬਹੁਤ ਵੱਡੀ ਹੋਵੇਗੀ, ਉਹਦੇ ਨਾਲ ਸੰਘਰਸ਼ ਕਰਨ ਵਾਲਾ ਨਾਇਕ ਆਪਣੇ ਆਪ ਵੱਡਾ ਹੋ ਜਾਵੇਗਾ। ਸਤਿਗੁਰੂ ਰਾਮ ਸਿੰਘ ਦੀ ਜਿਸ ਹਕੂਮਤ ਦੇ ਨਾਲ ਵੱਡੇ ਪੱਧਰ ਉੱਤੇ ਜਿਸ ਸੋਚ ਦੇ ਨਾਲ ਲੜਾਈ ਹੈ, ਉਹ ਇੱਕ ਬਹੁਤ ਜ਼ਿਆਦਾ ਤੇਜ਼ ਤਰਾਰ ਸਮਝਣ ਵਾਲੀ ਸੋਚ ਸੀ ਆਪਣੇ ਆਪ ਦੇ ਵਿੱਚ, ਤੇ ਹਿੰਦੁਸਤਾਨ ਤੇ ਸਾਲਾਂ ਬੱਧੀ ਰਾਜ ਕਰਨਾ ਚਾਹੁਣ ਵਾਲੇ ਲੋਕ ਸਨ। ਤੇ ਸਤਿਗੁਰੂ ਰਾਮ ਸਿੰਘ ਉਸ ਆਈਡੀਓਲੋਜੀ ਨੂੰ ਨਕਾਰਦੇ ਨੇ ਜਿਹੜੀ ਕਿਸੇ ਦੀ ਦੂਸਰੇ ਦੇਸ਼ ਦੇ ਵਿੱਚ ਜਾ ਕੇ ਕਿਸੇ ਨੂੰ ਗੁਲਾਮ ਬਣਾ ਕੇ ਤੇ ਲੰਮਾ ਸਮਾਂ ਆਪਣੇ ਮੁਨਾਫੇ ਲਈ ਵਰਤਦੀ ਹੈ। ਪਰ ਸਤਿਗੁਰੂ ਰਾਮ ਸਿੰਘ ਇੰਨੇ ਵੇਰਵੇ ਦੇ ਵਿੱਚ ਸਧਾਰਨ ਕਿਰਤੀਆਂ ਨੂੰ ਨਹੀਂ ਸੀ ਦੱਸ ਸਕਦੇ, ਨਹੀਂ ਸੀ ਸਮਝਾ ਸਕਦੇ, ਪਰ ਹਾਂ ਜਿਹੜੇ ਲੋਕ ਉਸ ਸੰਘਰਸ਼ ਨੂੰ ਸਮਝਣ ਵਾਲੇ ਸੀ, ਉਸ ਸੰਘਰਸ਼ ਦੀ ਵਿਉਂਤਬੰਦੀ ਕਰਨ ਵਾਲੇ ਸੀ। ਤਰਨ ਸਿੰਘ ਵਹਿਮੀ ਹੁਣੀ ਲਿਖਦੇ ਨੇ ਕਿ ਉਹਨਾਂ ਦਾ ਬਾਬਾ ਜਦੋਂ ਨਾਮਧਾਰੀ ਬਣਿਆ ਤੇ ਉਹ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਆਏ, ਤੇ ਸੂਬਾ ਸਾਹਿਬ ਸਿੰਘ ਇੱਕ ਇਹੋ ਜਿਹਾ ਸਤਿਗੁਰੂ ਜੀ ਦਾ ਸੂਬਾ ਸੀ ਜਿਹੜਾ ਅੱਖ ਵੇਖ ਕੇ ਬੰਦੇ ਨੂੰ ਪਛਾਣਦਾ ਸੀ, ਜਿਹੜਾ ਉਹਦੀ ਹਰਕਤ ਤੋਂ ਬੰਦੇ ਨੂੰ ਪਛਾਣਦਾ ਸੀ ਕਿ ਇਹਦੇ ਵਿੱਚ ਕਿਹੋ ਜਿਹੀ ਕੈਪੈਸਿਟੀ ਹੈ, ਕਿਹੋ ਜਿਹੀਆਂ ਕੁਆਲਿਟੀਜ਼ ਨੇ। ਤਾਂ ਸੂਬਾ ਸਾਹਿਬ ਸਿੰਘ ਨੇ ਬਾਬੇ ਨੂੰ ਅੱਡ ਕਰ ਲਿਆ। ਜਦੋਂ 50-60 ਬੰਦੇ ਇੱਕੋ ਪਿੰਡ ਦੇ ਆਏ ਹੋਣ, ਉਹਨਾਂ ਦੇ ਵਿੱਚੋਂ ਸੰਤ ਸਿੰਘ ਨੂੰ ਪਛਾਣ ਕੇ ਪਾਸੇ ਕਰਕੇ ਉਹਨੂੰ ਡਾਕ ਮਹਿਕਮੇ ਦੇ ਵਿੱਚ ਰਲਾ ਲਿਆ। ਸਤਿਗੁਰੂ ਰਾਮ ਸਿੰਘ ਤੇ ਫਿਰ ਸੰਤ ਸਿੰਘ ਨੇ ਸਾਰੀ ਉਮਰ ਆਪਣੇ ਘਰਦਿਆਂ ਨੂੰ ਵੀ ਨਹੀਂ, ਆਪਣੇ ਸੱਜਣਾ ਮਿੱਤਰਾਂ ਨੂੰ ਵੀ ਨਹੀਂ ਦੱਸਿਆ ਕਿ ਮੈਂ ਨਾਮਧਾਰੀ ਤੇ ਹਾਂ। ਦੀਵਾਨਾਂ ਦੇ ਵਿੱਚ ਜਾ ਕੇ ਭਾਂਡੇ ਮਾਂਜਣ ਤੇ ਝਾੜੂ ਫੇਰਨ ਦੀ ਸੇਵਾ ਤੇ ਕਰਦਾ ਹਾਂ, ਪਰ ਇਸ ਤੋਂ ਇਲਾਵਾ ਡਾਕ ਪ੍ਰਬੰਧ ਦੇ ਵਿੱਚ ਵੀ ਮੇਰੀ ਸੇਵਾ, ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਉਹਨੇ। ਖੈਰ, ਕੂਕੇ ਇੱਕ ਇਸ ਤਰ੍ਹਾਂ ਦੀ ਗਤੀਵਿਧੀ ਦੇ ਨਾਲ ਅੰਗਰੇਜ਼ ਨੂੰ ਚੈਲੰਜ ਕਰ ਰਹੇ ਸੀ,
ਤੇ ਅੰਗਰੇਜ਼ ਇਸੇ ਚੈਲੰਜ ਤੋਂ ਘਬਰਾ ਰਹੇ ਸੀ। ਇੱਕ ਇਸ ਤਰ੍ਹਾਂ ਦਾ ਪ੍ਰਬੰਧ ਸਿਰਜਿਆ ਸੂਬਾ ਸਾਹਿਬ ਸਿੰਘ, ਜਿਸ ਦਾ ਮੁਖੀ ਸੂਬਾ ਬਣਿਆ ਸੀ, ਕਿ ਕੂਕੇ ਉਹਨਾਂ ਦਾ ਜਿਹੜਾ ਡਾਕ ਪ੍ਰਬੰਧ ਸੀ ਕਿ ਕੋਈ ਵੀ ਨਾਮਧਾਰੀ ਕਿਸੇ ਵੇਲੇ ਵੀ ਜਦੋਂ ਚਿੱਠੀ ਉਹਦੇ ਕੋਲ ਮਿਲਦੀ, ਕੋਈ ਸੁਨੇਹਾ ਮਿਲਦਾ, ਤੇ ਉਹ ਰੋਟੀ ਖਾ ਰਿਹਾ ਹੁੰਦਾ, ਅਗਲੀ ਬੁਰਕੀ ਮੂੰਹ 'ਚ ਨਹੀਂ ਸੀ ਪਾਉਂਦਾ, ਉਸੇ ਵੇਲੇ ਉਹ ਸੁਨੇਹਾ ਲੈ ਕੇ ਉਹਦੇ ਵਾਸਤੇ ਟਾਰਗੇਟ ਹੁੰਦਾ ਸੀ ਕਿ 5 ਮੀਲ 10 ਮੀਲ ਕਿੰਨਾ ਪੈਂਡਾ ਕਰਨਾ, ਉਹ ਅਗਲੇ ਬੰਦੇ ਨੂੰ ਦੱਸਦਾ, ਉਹ ਅਗਲੇ ਨੂੰ ਦੱਸਦਾ। ਭੈਣੀ ਸਾਹਿਬੋਂ ਬਣੇ ਹੋਏ ਪ੍ਰੋਗਰਾਮ ਸਾਰੇ ਪੰਜਾਬ ਦੇ ਵਿੱਚ ਇੱਦਾਂ ਹੀ ਸੁਣਾਏ ਜਾਂਦੇ। ਤੇ ਸਭ ਤੋਂ ਵੱਡੀ ਗੱਲ, ਅੰਗਰੇਜ਼ ਇਹ ਸਮਝਦਾ ਸੀ ਕਿ ਕੂਕਿਆਂ ਦੇ ਪ੍ਰੋਗਰਾਮ ਜਿਹੜੇ ਉਲੀਕੇ ਜਾਂਦੇ ਨੇ, ਤੇ ਜਦੋਂ ਕੋਈ ਜਸੂਸ ਭਿਣਕ ਪਾਉਂਦਾ ਸਰਕਾਰ ਨੂੰ ਤੇ ਕੈਂਸਲ ਵੀ ਹੋ ਜਾਂਦੇ ਨੇ। ਤੇ ਅੰਗਰੇਜ਼ੀ ਰਿਕਾਰਡ ਦੇ ਵਿੱਚ ਅੱਜ ਤੱਕ ਇੱਕ ਵੀ ਚਿੱਠੀ ਜਿਹੜੀ ਸੀ ਡਾਕ ਵਿਭਾਗ ਦੀ ਕੂਕਿਆਂ ਦੀ ਕੋਈ ਨਹੀਂ ਫੜੀ ਗਈ। ਬਹੁਤ ਸਾਰੇ ਮੌਖਿਕ ਹੁੰਦੇ। ਫਿਰ ਇਸ ਤੋਂ ਇਲਾਵਾ ਪੰਚਾਇਤ ਵਿਭਾਗ ਸਿਰਜਿਆ। ਪੰਚਾਇਤ ਵਿਭਾਗ ਦੇ ਵਿੱਚ ਸਭ ਤੋਂ ਛੋਟੀਆਂ ਪੰਚਾਇਤਾਂ, ਪਹਿਲਾਂ ਪਿੰਡ ਦੀ ਪੰਚਾਇਤ, ਫਿਰ ਪੱਟੜੀ ਫੇਰ ਦੀਆਂ ਪੰਚਾਇਤਾਂ ਜਿਨ੍ਹਾਂ ਦੇ ਮੁਖੀ ਜਥੇਦਾਰ ਹੁੰਦੇ, ਫਿਰ ਉਹਨਾਂ ਤੋਂ ਵੱਡੀਆਂ ਪੰਚਾਇਤਾਂ ਜਿਨ੍ਹਾਂ ਦਾ ਜ਼ਿਕਰ ਇਤਿਹਾਸਕਾਰ ਜਸਵੰਤ ਸਿੰਘ ਹੁਰੀ ਕਰਦੇ ਕਿ ਤਪਿਆਂ ਦੀਆਂ ਪੰਚਾਇਤਾਂ ਜਿਨ੍ਹਾਂ ਦੇ ਮੁਖੀ ਹੁੰਦੇ ਨਾਇਬ ਸੂਬੇ, ਫਿਰ ਉਹਨਾਂ ਤੋਂ ਉੱਤੇ ਸੂਬੇ ਹੁੰਦੇ। ਕਿ ਆਪਾਂ ਇੱਕ ਇਸ ਤਰ੍ਹਾਂ ਦਾ ਪ੍ਰਬੰਧ ਸਿਰਜ ਦਿੱਤਾ। ਉਸ ਤੋਂ ਬਾਅਦ ਜੇ ਕੋਈ ਮਸਲਾ ਨਾ ਹੱਲ ਹੁੰਦਾ ਤੇ ਉਹ ਭੈਣੀ ਸਾਹਿਬ ਸਤਿਗੁਰੂ ਰਾਮ ਸਿੰਘ ਜੀ ਦੀ ਹਜ਼ੂਰੀ ਦੇ ਵਿੱਚ ਉਹਨਾਂ ਦੇ ਬਚਨ ਨਾਲ ਜਿਹੜਾ ਸੀ ਉਹ ਸਿਰੇ ਲੱਗਦਾ। ਇੱਕ ਇਸ ਤਰ੍ਹਾਂ ਦਾ ਜਦੋਂ ਪ੍ਰਬੰਧ ਸਿਰਜਿਆ ਜਾ ਰਿਹਾ ਸੀ, ਜਦੋਂ ਪੈਰ ਪੈਰ ਤੇ ਕਿਸੇ ਕਿਸੇ ਪ੍ਰੋਗਰਾਮ ਦੀ ਭਿਣਕ ਹਕੂਮਤ ਨੂੰ ਜਸੂਸ ਦੇ ਰਹੇ ਸੀ, ਤਾਂ ਹਕੂਮਤ ਥਰ ਥਰ ਕੰਬਦੀ ਪਈ ਸੀ ਕੂਕਿਆਂ ਦੇ ਉਹਨਾਂ ਗਤੀਵਿਧੀਆਂ ਤੋਂ ਤੇ ਆਪਣੇ ਰਾਜ ਦੇ ਥਿੜਕਣ ਤੋਂ। ਤੇ ਸਤਿਗੁਰੂ ਰਾਮ ਸਿੰਘ ਦੇ ਇੱਥੇ ਹੀ ਬਸ ਨਹੀਂ, ਦੇਸ਼ੋਂ ਬਾਹਰ ਦੇਸੀ ਰਿਆਸਤਾਂ ਦੇ ਨਾਲ ਸੰਪਰਕ ਨੇ। ਕਸ਼ਮੀਰ ਦੇ ਵਿੱਚ ਕੂਕਾ ਪਲਟਨ ਤਿਆਰ ਹੋ ਰਹੀ ਹੈ, ਭਾਰਤ ਦੇ ਵਿੱਚ ਰਿਆਸਤਾਂ ਨਾਲ ਸੰਪਰਕ ਹੋ ਰਹੇ ਨੇ ਕਿ ਆਪਾਂ ਇਕੱਠਾ ਹਮਲਾ ਮਾਰੀਏ। ਭਾਵੇਂ 57 ਦੇ ਗਦਰਵਾਲਾ ਹਮਲਾ ਵਿਰਲਾ ਹੋਇਆ ਸੀ ਅੰਗਰੇਜ਼ ਹਕੂਮਤ ਦੇ ਉੱਤੇ, ਉਸ ਤੋਂ ਬਾਅਦ ਹਕੂਮਤ ਸੁਚੇਤ ਵੀ ਹੋਈ, ਵੱਡੇ ਪ੍ਰਬੰਧ ਕੀਤੇ, ਭਾਰਤ ਦੇ ਵਿੱਚ ਰੇਲ ਲਾਈਨ ਵਿਛਾਈ। ਉਹਨਾਂ ਦੇ ਵਪਾਰਕ ਮੁੱਦੇ ਦਾ ਇੱਕ ਕਾਰਨ ਸੀ ਰੇਲ ਲਾਈਨ, ਪਰ ਉਸ ਤੋਂ ਵੱਡਾ ਪ੍ਰਬੰਧ ਇਹ ਸੀ ਕਿ ਇੰਨੀ ਫੌਜ ਦੀ ਭਰਤੀ ਨਹੀਂ ਸੀ ਹੋ ਸਕਦੀ। ਛੇਤੀ ਤੋਂ ਛੇਤੀ ਇੱਕ ਥਾਂ ਤੋਂ ਦੂਸਰੇ ਥਾਂ ਹੋ ਰਹੇ ਗਦਰ ਨੂੰ, ਹੋ ਰਹੇ ਵਿਦਰੋਹ ਨੂੰ, ਹਕੂਮਤ ਦੇ ਨੂੰ ਫੌਜ ਇੱਕ ਥਾਂ ਤੋਂ ਛੇਤੀ ਛੇਤੀ ਦੂਸਰੇ ਥਾਂ ਪਹੁੰਚਾ ਕੇ ਉਹਨਾਂ ਨੂੰ ਰੋਕਿਆ ਜਾ ਸਕੇ। ਇਹ ਮੰਤਵ ਵੀ ਖਾਸ ਤੌਰ ਤੇ ਉਸ ਰੇਲ ਪ੍ਰਬੰਧ ਨੂੰ ਚਲਾਉਣ ਦੇ ਵਿੱਚ ਸੀ। ਸਤਿਗੁਰੂ ਰਾਮ ਸਿੰਘ ਦੇ ਵਿਦੇਸ਼ੀ ਸਬੰਧ ਬਣੇ, ਅਫਗਾਨਿਸਤਾਨ ਨਾਲ, ਰੂਸ ਨਾਲ ਸਬੰਧ ਬਣਾਉਂਦੇ ਨੇ, ਤੇ ਸਬੰਧ ਬਣਾਉਣ ਵਾਲਾ ਬਾਬਾ ਗੁਰਚਰਨ ਸਿੰਘ ਚੁਣਿਆ ਜਾਂਦਾ ਹੈ। ਤੇ ਬਾਬਾ ਗੁਰਚਰਨ ਸਿੰਘ, ਸੂਬਾ ਗੁਰਚਰਨ ਸਿੰਘ ਦੀ ਪਦਵੀ ਜਿਹਨੂੰ ਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਸਥਾਪਿਤ ਕੀਤੀ, ਇਹ ਵੀ ਸਤਿਗੁਰੂ ਰਾਮ ਸਿੰਘ ਦੀ ਜਿਹੜੀ ਨੌ ਨਿਹਾਲ ਦੀ ਪਲਟਨ ਦੇ ਵਿੱਚ, ਜਿਹਦੇ 'ਚ ਸਤਿਗੁਰੂ ਜੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਸਨ, ਇਸੇ ਫੌਜ ਦਾ ਸਿਪਾਹੀ ਬਾਬਾ ਗੁਰਚਰਨ ਸਿੰਘ ਸੀ। ਸਤਿਗੁਰੂ ਰਾਮ ਸਿੰਘ ਜੀ ਤੋਂ ਥੋੜ੍ਹੇ ਜਿਹੇ ਵਰੇ ਉਮਰ ਦੇ ਵਿੱਚ ਵੱਡਾ। ਤੇ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ, PC ਰਾਏ ਨੇ ਬੜਾ ਲੰਬਾ ਆਰਟੀਕਲ ਲਿਖਿਆ 1958 ਦੇ ਵਿੱਚ, ਬੰਗਾਲੀ 'ਚ ਛਪਿਆ, ਜਿਹਦਾ ਬਾਅਦ ਵਿੱਚ ਭਾਰਤੀ ਜੀ ਅਨੁਵਾਦ ਕਰਦੇ ਨੇ ਪੰਜਾਬੀ 'ਚ। PC ਰਾਏ ਲਿਖਦਾ ਕਿ ਇੱਕ ਇਸ ਤਰ੍ਹਾਂ ਦਾ ਨਿਧੜਕ ਯੋਧਾ ਬਿਰਧ ਉਮਰ ਦੇ ਵਿੱਚ ਰੂਸ ਤੱਕ ਪਹੁੰਚ ਕੇ ਆਉਂਦਾ ਹੈ ਤੇ ਰੂਸ ਦੇ ਹਾਕਮਾਂ ਨਾਲ ਸੰਬੰਧ ਸਥਾਪਿਤ ਕਰਨ ਦੇ ਵਿੱਚ ਜਿਹੜਾ ਉਹ ਸਫਲ ਵੀ ਹੁੰਦਾ ਹੈ। ਤੇ ਉਹਦੇ ਬਾਰੇ ਜ਼ਿਕਰ ਕਰਦਿਆਂ ਉਹ ਲਿਖਦਾ, ਕਹਿੰਦਾ ਕਿ ਇਹਦਾ ਜਿਹੜਾ ਸੀ ਕਾਬਲ ਦੇ ਵਿੱਚ ਉਹ ਕਾਫੀ ਆਉਣ ਜਾਣ ਸੀ ਬਾਬੇ ਗੁਰਚਰਨ ਸਿੰਘ ਦਾ। ਤੇ ਇੱਕ ਪੁਰਾਣਾ ਨਾਮ ਦਾ ਗੁਰੂ ਨਾਨਕ ਦੇਵ ਦਾ ਸਿੱਖ ਹੋਇਆ ਹੈ, ਉਸ ਪੁਰਾਣੇ ਦੀ ਵੰਸ਼ ਦੇ ਵਿੱਚੋਂ ਸੀ। ਚੱਕ ਰਾਮਦਾਸ, ਜ਼ਿਲ੍ਹਾ ਸਿਆਲਕੋਟ ਦੇ ਰਹਿਣ ਵਾਲਾ। ਸਭ ਤੋਂ ਪਹਿਲਾਂ ਜਦੋਂ ਸਤਿਗੁਰੂ ਜੀ ਦੌਰਾ ਕੀਤਾ 1867 ਸਿਆਲਕੋਟ ਦੇ ਵਿੱਚ, ਤੇ ਸੂਬੇ ਗੁਰਚਰਨ ਸਿੰਘ ਦੇ ਘਰ ਵੀ ਦਰਸ਼ਨ ਦਿੱਤੇ ਸੀ। ਬਾਬੇ ਗੁਰਚਰਨ ਸਿੰਘ ਨੂੰ ਕੂਕਿਆਂ ਦੇ ਜਦੋਂ ਸ਼ਹਾਦਤਾਂ ਦੇ ਦੌਰ ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਪ੍ਰਦੇਸ਼ ਗਮਨ ਦੀ ਖਬਰ ਮਿਲੀ ਤੇ ਆਪਣੇ ਪਿੰਡ ਵਿੱਚ ਹੀ ਸੀ। ਉਸ ਤੋਂ ਬਾਅਦ ਜ਼ਿਆਦਾ ਸਰਗਰਮੀਆਂ ਇਹਦੀਆਂ ਤੇਜ਼ ਜਿਹੜੀਆਂ ਨੇ ਉਹ ਹੁੰਦੀਆਂ ਨੇ। ਉਹਦੇ ਵਿੱਚ ਬੜਾ ਔਖਾ ਇੱਕ ਵਿਖੜਾ ਪੈਂਦਾ ਸੀ। ਬਾਬਾ ਗੁਰਚਰਨ ਸਿੰਘ ਜਦੋਂ ਜਾਂਦੇ ਨੇ, ਇੱਕ ਇਸ ਤਰ੍ਹਾਂ ਦਾ ਰਸਤਾ, ਪਹਾੜੀ ਰਸਤਾ, ਬਰਫਾਂ ਜੰਮੀਆਂ ਨੇ, ਜੰਮੀ ਹੋਈ ਬਰਫ਼ ਦੇ ਉੱਤੋਂ ਲੰਘਣਾ, ਪਤਾ ਨਹੀਂ ਉਹ ਡੂੰਘੀਆਂ ਖਾਈਆਂ ਦੇ ਵਿੱਚ ਪਈਆਂ ਹੋਈਆਂ ਬਰਫ਼ਾਂ, ਕਿਤੋਂ ਬਰਫ਼ ਦਾ ਪੈਰ ਜਿਹੜਾ ਉਹ ਪਾਣੀ ਹੋਵੇ ਤੇ ਬੰਦਾ ਧੱਸ ਗਿਆ, ਬਾਹਰ ਹੀ ਨਾ ਨਿਕਲ ਸਕੇ। ਪਰ ਬਾਬਾ ਗੁਰਚਰਨ ਸਿੰਘ ਕਾਫੀ ਜ਼ਿਆਦਾ ਜਿਹੜਾ ਸੀ ਕਾਬਲ ਦੇ ਖਿੱਤੇ ਦਾ, ਅਫਗਾਨਿਸਤਾਨ, ਤੁਰਕਿਸਤਾਨ, ਇਸ ਖਿੱਤੇ ਦੇ ਵਿੱਚ ਜਿਹੜਾ ਸੀ ਉਹਦਾ ਆਉਣ ਜਾਣ ਸੀ। ਤੇ
ਜਦੋਂ ਪਹਿਲੀ ਮਿਲਣੀ ਦਾ ਹਾਲ ਪੀਸੀ ਰਾਏ ਇਸ ਤਰ੍ਹਾਂ ਲਿਖਦਾ ਹੈ ਕਿ ਜਦੋਂ ਬਾਬਾ ਗੁਰਚਰਨ ਸਿੰਘ 1879 ਦੇ ਵਿੱਚ ਜਾ ਕੇ ਸੰਪਰਕ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦਾ ਤੇ ਉਹ ਰੂਸ ਦੇ ਇੱਕ ਸ਼ਹਿਰ ਦਾ ਜ਼ਿਕਰ ਕਰਦਾ, ਕੁਰਕਗਹਾਨ। ਉਸ ਸ਼ਹਿਰ ਦੇ ਵਿੱਚ ਜਦੋਂ ਪਹੁੰਚਦਾ ਬਾਬਾ ਤੇ ਉੱਥੋਂ ਦੇ ਮੇਅਰ ਨੂੰ, ਸ਼ਹਿਰ ਦੇ ਮੇਅਰ ਦੇ ਨਾਲ ਉਸ ਦੀ ਮੁਲਾਕਾਤ ਹੁੰਦੀ ਹੈ ਤੇ ਆਪਣਾ ਮੰਤਵ ਦੱਸਦਾ ਹੈ। ਪੰਜਾਬੀ ਦੇ ਵਿੱਚ ਲਿਖੀ ਹੋਈ ਸਤਿਗੁਰੂ ਰਾਮ ਸਿੰਘ ਦਾ ਜਿਹੜਾ ਸੀ ਚਿੱਠੀ, ਉਹਦਾ ਜ਼ਿਕਰ ਐਗਜ਼ੈਕਟ ਸ਼ਬਦ ਨਹੀਂ ਹੈਗੇ ਕਿਉਂਕਿ ਇਹ ਬੰਗਾਲ ਦੇ ਜਿਹੜੇ ਸੀ ਪੀਸੀ ਰਾਏ, ਉਹਨਾਂ ਦਾ ਕੇਂਦਰੀ ਸੂਚਨਾ ਵਿਭਾਗ ਦੇ ਵਿੱਚ ਕੰਮ ਸੀ। ਉਹਨਾਂ ਬੰਗਾਲੀ ਦੇ ਵਿੱਚ ਆਰਟੀਕਲ ਲਿਖਿਆ ਤੇ ਉੱਥੋਂ ਤਰਜਮਾ ਕੀਤਾ ਅਮਰ ਭਾਰਤੀ ਹੁਣਾਂ ਨੇ। ਉਹਦੇ ਸ਼ਬਦ ਨੇ ਜਿਹੜੇ ਸਤਿਗੁਰੂ ਰਾਮ ਸਿੰਘ ਰੂਸ ਦੇ ਹਾਕਮ ਵਾਸਤੇ ਲਿਖਦੇ ਨੇ। ਸੰਤ ਖਾਲਸੇ ਵੱਲੋਂ ਸਤਿ ਸ੍ਰੀ ਅਕਾਲ ਪਹੁੰਚੇ। ਮੈਂ ਆਪਣੇ ਸਹਿਯੋਗੀ ਗੁਰਚਰਨ ਸਿੰਘ ਨੂੰ ਆਪ ਵੱਲ ਭੇਜ ਰਿਹਾ ਹਾਂ। ਇਹ ਆਪ ਨੂੰ ਸਾਰੀ ਗੱਲ ਖੋਲ੍ਹ ਕੇ ਦੱਸੇਗਾ। ਗੁਰੂ ਗੋਬਿੰਦ ਸਿੰਘ ਜੀ ਬਹੁਤ ਚਿਰ ਪਹਿਲਾਂ ਆਖ ਗਏ ਸਨ, ਔਰੰਗਜ਼ੇਬ ਦੇ ਅਤਿਆਚਾਰ ਤੋਂ ਖਾਲਸੇ ਦੇ ਮੁਕਤ ਹੋ ਜਾਣ ਤੇ ਔਰੰਗਜ਼ੇਬ ਉਸ ਨੂੰ ਹਰਾ ਕੇ ਰਾਜ ਕਰਨਾ ਸ਼ੁਰੂ ਕਰ ਦੇਣਗੇ। ਉਸ ਤੋਂ ਬਾਅਦ ਰੂਸ ਆਏਗਾ, ਉਹ ਜਿੱਤੇਗਾ ਤੇ ਅੰਗਰੇਜ਼ਾਂ ਨੂੰ ਭਾਜੜਾਂ ਪੈਣਗੀਆਂ। ਸਾਡੇ ਹੱਥ ਵਿੱਚ 3,15,000 ਫੌਜ ਹੈ। ਲੋੜ ਪੈਣ ਤੇ ਹੋਰ ਵੀ ਇਕੱਠੀ ਕਰਨੀ ਮੁਸ਼ਕਲ ਨਹੀਂ ਹੋਵੇਗੀ। ਅੰਗਰੇਜ਼ ਭਾਰਤ ਵਰਸ਼ ਉੱਤੇ 34 ਸਾਲ ਰਾਜ ਕਰੇਗਾ। ਜਿਸ ਥਾਂ ਤੇ ਜਿੰਨੇ ਨਾਮਧਾਰੀ ਸਿੱਖ ਹਨ ਉਹ ਸਾਰੇ ਇਸ ਮੁਕਤੀ ਸੰਗਰਾਮ ਵਿੱਚ ਨਿਤਰਨਗੇ। ਇਸ ਯੁੱਧ ਵਿੱਚ ਨਾਮਧਾਰੀ ਸਿੰਘਾਂ ਨਾਲ ਰਲ ਕੇ ਜਿਹੜੇ ਅੰਗਰੇਜ਼ ਦੀ ਗੋਲੀ ਨਾਲ ਸ਼ਹੀਦ ਹੋਣਗੇ ਉਹ ਅਕਾਲ ਪੁਰਖ ਦੇ ਸੱਚੇ ਸੇਵਕ ਹੋਣਗੇ। ਗੁਰੂ ਨਾਨਕ ਨੇ ਦ੍ਰਿੜਤਾ ਦਾ ਐਲਾਨ ਕੀਤਾ ਸੀ, ਤੁਸੀਂ ਜ਼ਰੂਰ ਹੀ ਸਾਡੀ ਸਹਾਇਤਾ ਕਰੋਗੇ। 3,15,000 ਸਿੱਖ ਤੁਹਾਡੇ ਨਾਲ ਹੋਣਗੇ, ਹੋਰ ਵੀ ਬੇਅੰਤ ਰਲ ਜਾਣਗੇ। ਬਾਬਾ ਬੁੱਧ ਸਿੰਘ ਸਭ ਕੁਝ ਜਾਣਦੇ ਹਨ, ਉਹ ਪਿੱਛੇ ਹਨ, 34 ਸੂਬੇ ਉਹਨਾਂ ਦੇ ਹੁਕਮ ਵਿੱਚ ਹਨ। ਕਾਫੀ ਲੰਮੀ ਇਸ ਤਰ੍ਹਾਂ ਦਾ ਜਿਹੜਾ ਚਿੱਠੀ ਦਾ ਜ਼ਿਕਰ ਜਿਹੜਾ ਉਹ ਹੋਇਆ। ਇਹ ਬਾਬੇ ਨੇ ਉੱਥੇ ਪੜ੍ਹ ਕੇ ਜਦੋਂ ਸੁਣਾਉਣੀ ਸੀ, ਪੰਜਾਬੀ ਵਿੱਚ ਲਿਖੀ ਸੀ। ਸਮਰਕੰਦ ਦਰਬਾਰ ਦਾ ਇੱਕ ਆਦਮੀ ਜਿਹੜਾ ਪੰਜਾਬੀ ਤੇ ਫਾਰਸੀ ਜਾਣਦਾ ਸੀ, ਉਹਨੇ ਫਾਰਸੀ 'ਚ ਤਰਜਮਾ ਕੀਤਾ ਤੇ ਉਸ ਖਿੱਤੇ ਦੇ ਵਿੱਚ ਪੀਸੀ ਰਾਏ ਲਿਖਦਾ ਕਿ ਫਾਰਸੀ ਤੋਂ ਰਸ਼ੀਅਨ ਜਾਣਨ ਵਾਲੇ ਬਹੁਤ ਸਾਰੇ ਆਦਮੀ ਸੀ। ਉਸ ਮੇਅਰ ਨੂੰ ਦੱਸੀ ਗਈ। ਰੂਸੀ ਤੁਰਕਸਤਾਨ ਦਾ ਗਵਰਨਰ ਉਸ ਵੇਲੇ ਸੇਂਟ ਪੀਟਰਸਬਰਗ ਦੇ ਵਿੱਚ ਸੀ। ਉਹਦੇ ਤੱਕ ਸੁਨੇਹਾ ਪਹੁੰਚਾਇਆ ਗਿਆ ਕਿ ਪੰਜਾਬ ਤੋਂ ਇੱਕ ਗੁਰਚਰਨ ਸਿੰਘ ਨਾਮ ਦਾ ਬੰਦਾ ਆਇਆ ਜਿਹੜਾ ਬਾਬਾ ਰਾਮ ਸਿੰਘ ਨੇ ਭੇਜਿਆ ਤੇ ਉਹ ਇਮਦਾਦ ਮੰਗਦੇ ਨੇ। ਤੇ ਉਹਨੇ ਆਪਣੇ ਮੰਤਰੀ ਦੇ ਨਾਲ ਸਲਾਹ ਕਰਕੇ, ਜਿਹਦਾ ਨਾਮ ਮਨਾਇਫ ਹੈ, ਕਾਰਡ ਕਿਵਾਇਨ ਨੇ ਇੱਕ ਚਿੱਠੀ ਜਿਹੜੀ ਸੀ ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਲਿਖੀ। ਉਹਦੇ ਮੈਂ 2 ਸ਼ਬਦ ਤੁਹਾਨੂੰ ਸੁਣਾਉਣਾ। ਗੁਰੂ ਰਾਮ ਸਿੰਘ ਤੇ ਬਾਬਾ ਬੁੱਧ ਸਿੰਘ ਜੀ ਨੂੰ ਸੈਨਾਪਤੀ ਅਤੇ ਗਵਰਨਰ ਜਨਰਲ ਵੱਲੋਂ ਨਮਸਕਾਰ ਪਹੁੰਚੇ। ਗੁਰਚਰਨ ਸਿੰਘ ਦੀ ਮਾਰਫਤ ਆਪ ਦੀ ਚਿੱਠੀ ਸਾਨੂੰ ਮਿਲ ਗਈ ਹੈ ਅਤੇ ਉਸ ਦਾ ਭਾਵ ਅਰਥ ਸਮਝ ਕੇ ਸਾਨੂੰ ਖੁਸ਼ੀ ਹੋਈ ਹੈ। ਇਸ ਤੱਥਪੂਰਨ ਖਬਰ ਘੱਲਣ ਲਈ ਅਸੀਂ ਆਪ ਦਾ ਧੰਨਵਾਦ ਕਰਦੇ ਹਾਂ। ਪਰ ਭਾਰਤ ਵਰਸ਼ ਦੀ ਪ੍ਰਸਥਿਤੀ ਘਟਨਾਵਲੀ ਬਾਰੇ ਹੋਰ ਜ਼ਿਆਦਾ ਵੇਰਵੇ ਭਰਪੂਰ ਜਾਣਕਾਰੀ ਦੀ ਲੋੜ ਹੈ। ਗੁਰੂ ਗੋਬਿੰਦ ਸਿੰਘ ਜੀ ਤੇ ਗੁਰੂ ਨਾਨਕ ਦੀ ਭਵਿੱਖਬਾਣੀ ਬਾਰੇ ਸਾਨੂੰ ਜਾਣਕਾਰੀ ਮਿਲ ਗਈ ਹੈ। ਸਭ ਕੁਝ ਅਕਾਲ ਪੁਰਖ ਦੀ ਰੱਖਿਆ ਅਨੁਸਾਰ ਹੀ ਹੋਵੇਗਾ। ਇਹ ਗੱਲ ਮਹਾਂਪੁਰਖ ਹੀ ਸਮਝ ਸਕਦੇ ਹਨ ਕਿ ਮੁਕਤੀ ਦਾ ਲਗਨ ਕਿਸ ਵੇਲੇ ਆ ਜਾਵੇ। ਇਸ ਤਰ੍ਹਾਂ ਦੀ ਚਿੱਠੀ ਲੈ ਕੇ ਜਦੋਂ ਇਹ ਵਾਪਸ ਆ ਰਿਹਾ ਸੀ ਨਾ ਬਾਬਾ ਗੁਰਚਰਨ ਸਿੰਘ, ਤੇ ਇਹਦਾ ਇੱਕ ਸਰਕਾਰੀ ਜਸੂਸ ਨੇ ਪਿੱਛਾ ਕੀਤਾ ਜਿਹਦਾ ਨਾਮ ਗੁਲਾਮ ਖਾਂ ਹੁੰਦਾ ਹੈ। ਉਹਨੇ ਸਰਕਾਰ ਨੂੰ ਰਿਪੋਰਟ ਦਿੱਤੀ। ਲਾਹੌਰ ਆਉਣ ਤੱਕ ਜਿਹੜਾ ਸੀ ਗ੍ਰਿਫਤਾਰ ਕਰ ਲਿਆ ਗਿਆ ਬਾਬਾ ਗੁਰਚਰਨ ਸਿੰਘ। ਪਰ ਗ੍ਰਿਫਤਾਰ ਹੋਇਆ ਕਿਸੇ ਤਰੀਕੇ ਨਾਲ ਝਕਾਨੀ ਦੇ ਕੇ ਹਕੂਮਤ ਨੂੰ। ਇਹ ਭੈਣੀ ਸਾਹਿਬ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਕੋਲ ਪਹੁੰਚਦਾ ਹੈ, ਚਿੱਠੀ ਸਤਿਗੁਰੂ ਜੀ ਨੂੰ ਦਿੰਦਾ ਹੈ ਤੇ ਇਹ ਦੁਬਾਰਾ ਫਿਰ ਜਾਂਦਾ ਹੈ ਵਾਪਸ ਤੇ ਇਹਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਲੰਮਾ ਸਮਾਂ ਬਾਬਾ ਗੁਰਚਰਨ ਸਿੰਘ ਸੀ ਜਿਹੜਾ ਉਹ ਜੇਲ੍ਹ ਦੇ ਵਿੱਚ ਰਿਹਾ। ਉਮਰ ਕੈਦ ਦੀ ਜਿਹੜੀ ਸੀ ਅਧਿਕਾਰੀਆਂ ਨੇ, ਮੁੱਖ ਅੰਗਰੇਜ਼ ਅਧਿਕਾਰੀਆਂ ਨੇ, ਹਕੂਮਤ ਦੇ ਲੋਕਾਂ ਨੇ ਇਸ ਤਰ੍ਹਾਂ ਦੀ ਸਿਫਾਰਿਸ਼ ਦਿੱਤੀ ਕਿ ਗੁਰਚਰਨ ਸਿੰਘ ਖਤਰੇ ਤੋਂ ਖਾਲੀ ਨਹੀਂ। ਯਾਦ ਰੱਖਣ ਦੀ ਲੋੜ ਹੈ, ਜਦੋਂ ਬਾਬਾ ਗੁਰਚਰਨ ਸਿੰਘ ਰਸ਼ੀਆ ਜਾਂਦਾ, ਸੰਪਰਕ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ 75 ਸਾਲ ਦੀ ਉਮਰ ਹੈ ਬਜ਼ੁਰਗ ਦੀ। ਤੇ ਇਹੋ ਜਿਹੀ ਬਿਰਧ ਅਵਸਥਾ ਦੇ ਵਿੱਚ ਫਿਰ ਉਹਨੂੰ ਜਿਹੜਾ ਹੈ ਜੇਲ੍ਹ ਦੇ ਵਿੱਚ ਪੁਲਿਸ ਜਿਸ ਤਰ੍ਹਾਂ ਕਰਦੀ ਹੈ ਉਹਦੇ ਕੋਲੋਂ ਬਿਆਨ ਲੈਣ ਦੀ ਕੋਸ਼ਿਸ਼ ਕਰਦੀ ਹੈ। ਤੇ ਪੀਸੀ ਰਾਏ ਇੱਕ ਗੱਲ ਲਿਖਦਾ ਹੈ ਕਿ ਉਹਦੇ ਉੱਤੇ ਬੜੀ ਮਾਰਕੁੱਟ ਹੋਈ। ਉਹਦੇ ਬਿਆਨ ਨੋਟ ਨੇ ਬਾਬੇ ਗੁਰਚਰਨ ਸਿੰਘ ਦੀ, ਤੁਸੀਂ ਤਸਵੀਰ ਵੇਖੀ ਹੋਵੇਗੀ, ਖਲੋਤੇ ਹੋਏ ਨੇ ਬਾਬਾ ਗੁਰਚਰਨ ਸਿੰਘ, ਉਹ ਵੀ ਸਰਕਾਰੀ ਰਿਕਾਰਡ ਦੇ ਵਿੱਚੋਂ ਮਿਲੀ। ਬਾਬਾ ਗੁਰਚਰਨ ਸਿੰਘ ਹੋਰਾਂ ਦੇ ਜਿਹੜੇ ਬਿਆਨ ਸੀ ਉਹ ਰਿਕਾਰਡ ਹੋਏ ਬੜੇ ਵੇਰਵੇ ਦੇ ਵਿੱਚ। ਹਿਸਟੋਰੀਅਨ ਸਾਹਿਬ ਨੇ ਉਹਦਾ ਜ਼ਿਕਰ, ਕੂਕਾ ਮੂਵਮੈਂਟ ਜਿਹੜੀ ਕਿਤਾਬ ਹੈ ਉਹਨਾਂ ਦੀ, ਉਹਦੇ ਵਿੱਚ ਜ਼ਿਕਰ ਕੀਤਾ ਹੈ। ਉਹ ਸਾਰੇ ਹਕੂਮਤ ਨੇ ਲਿਖੇ ਨੇ
ਤੇ ਉਹਨਾਂ ਬਿਆਨਾਂ ਦੇ ਵਿੱਚ ਬਾਬਾ ਗੁਰਚਰਨ ਸਿੰਘ ਜਿਹੜੀ ਹੈ ਅਧਿਕਾਰੀਆਂ ਨੂੰ, ਪੁਲਿਸ ਅਧਿਕਾਰੀਆਂ ਨੂੰ ਜਿਹੜੀ ਰਿਪੋਰਟ ਕਰ ਰਿਹਾ ਹੈ, ਉਹਦੇ ਬਾਰੇ ਬੜੀ ਜਾਣਕਾਰੀ ਦਿੰਦਾ, ਆਪਣੇ ਬੈਕਗਰਾਊਂਡ ਦੀ ਜਾਣਕਾਰੀ ਵੀ ਦਿੰਦਾ, ਪਰ ਉਹ ਕਿਤੇ ਵੀ ਇਹ ਜ਼ਿਕਰ ਨਹੀਂ ਕਰਦਾ ਕਿ ਮੈਂ ਰਸ਼ੀਆ ਜਾ ਕੇ ਆਇਆ। ਅਫਗਾਨਿਸਤਾਨ, ਤੁਰਕਸਤਾਨ ਦੇ ਖਿੱਤੇ ਦੀਆਂ ਜਾਣਕਾਰੀਆਂ ਦਿੰਦਾ ਹੈ, ਉੱਥੋਂ ਦੇ ਲੋਕਾਂ ਦੀਆਂ ਦਿੰਦਾ ਹੈ। ਕਈ ਜਸੂਸਾਂ ਦਾ ਜ਼ਿਕਰ ਵੀ ਕਰਦਾ ਕਿ ਫਲਾਣੇ ਕਸ਼ਮੀਰ ਦੇ ਜਸੂਸ ਉੱਥੇ ਫਿਰਦੇ ਨੇ, ਨੇਪਾਲੀ ਜਸੂਸ ਉੱਥੇ ਹੈਗੇ ਨੇ, ਮੈਂ ਉਹਨਾਂ ਨੂੰ ਜਾਣਦਾ, ਜੇ ਤੁਸੀਂ ਮੇਰੇ ਰਾਹੀਂ ਕੋਈ ਉਹਨਾਂ ਨਾਲ ਸੰਪਰਕ ਕਰਨਾ ਚਾਹੁੰਦੇ ਮੈਂ ਤੁਹਾਨੂੰ ਉਹਨਾਂ ਨਾਲ ਸੰਪਰਕ ਵੀ ਕਰਵਾ ਸਕਦਾ। ਪਰ ਜਿਹੜੀ ਅਸਲੀ ਜਾਣਕਾਰੀ ਹੈ ਉਹ ਬਾਬਾ ਆਪਣੇ ਮੂੰਹੋਂ ਨਹੀਂ ਕੱਢਦਾ। ਅਤੇ ਉਹ ਜਿਹੜਾ ਹੁਕਮਨਾਮਾ ਹੈ ਨਾ, ਉਹ ਸਤਿਗੁਰੂ ਹਰੀ ਸਿੰਘ ਬਾਬੇ ਸ਼ਾਮ ਸਿੰਘ ਨੂੰ ਸੱਦ ਕੇ ਉਹਦੇ ਰਾਹੀਂ ਸੂਬਾ ਮੀਆਂ ਸਿੰਘ, ਬਾਬਾ ਮੀਆਂ ਸਿੰਘ ਤੇ ਸੰਤ ਸਿੰਘ ਨਾਮ ਦਾ ਇੱਕ ਜ਼ਿਕਰ ਆਉਂਦਾ ਹੈ। ਇਹ ਸਿੱਖ ਜਿਹੜੇ ਨੇ ਇਹ ਮਰਗੋਈ ਪਹੁੰਚਦੇ ਨੇ ਸਤਿਗੁਰੂ ਰਾਮ ਸਿੰਘ ਕੋਲ 1881 ਈਸਵੀ ਦੇ ਵਿੱਚ। ਤੇ ਮੀਆਂ ਸਿੰਘ ਜਦੋਂ ਸਤਿਗੁਰੂ ਜੀ ਦੇ ਕੋਲ ਪਹੁੰਚਦਾ ਹੈ, ਉੱਥੋਂ ਦੇ ਜਿਹੜੇ ਮੌਕੇ ਦੇ ਅਧਿਕਾਰੀ ਨੇ ਉਹ ਵੇਖ ਵੀ ਲੈਂਦੇ ਨੇ, ਉਹ ਫੜਨ ਦੀ ਕੋਸ਼ਿਸ਼ ਕਰਦੇ। ਸਤਿਗੁਰੂ ਰਾਮ ਸਿੰਘ ਦੇ ਕਹਿਣ ਉੱਤੇ ਨਾਨੂ ਸਿੰਘ ਨੂੰ ਉਹਨਾਂ ਦੇ ਕੋਲ ਰਾਤ ਬਿਠਾਇਆ ਜਾਂਦਾ। ਸਾਰੀ ਰਾਤ ਮੀਆਂ ਸਿੰਘ ਤੇ ਸਤਿਗੁਰੂ ਰਾਮ ਸਿੰਘ ਦੇ ਵਿੱਚ ਵਾਰਤਾਲਾਪ ਹੁੰਦੀ ਹੈ। ਸਵੇਰੇ ਮੀਆਂ ਸਿੰਘ ਨੂੰ ਉੱਥੋਂ ਬਾਹਰ ਕੱਢ ਲਿਆ ਜਾਂਦਾ, ਨਾਨੂ ਸਿੰਘ ਉੱਥੇ ਪਹੁੰਚਦਾ ਹੈ। ਇਹ ਇਤਿਹਾਸਕਾਰ ਹਿਸਟੋਰੀਅਨ ਸਾਹਿਬ ਇਹ ਜ਼ਿਕਰ ਕਰਦੇ ਨੇ, ਕਹਿੰਦੇ ਕਿ ਇਹ ਆਖਰੀ ਹੁਕਮਨਾਮਾ ਸੀ, ਆਖਰੀ ਸੰਪਰਕ ਸੀ 1881 ਈਸਵੀ ਦਾ, ਜਿਹੜਾ ਸਤਿਗੁਰੂ ਰਾਮ ਸਿੰਘ ਜੀ ਨਾਲ ਕੂਕਿਆਂ ਦਾ ਹੋਇਆ। ਇਸ ਤੋਂ ਬਾਅਦ ਕੋਈ ਵੀ ਕੂਕਾ, ਕੋਈ ਵੀ ਨਾਮਧਾਰੀ ਮਿਲ ਨਹੀਂ ਸਕਿਆ, ਕਿਉਂਕਿ ਪਹਿਲਾ 1875 ਦੇ ਵਿੱਚ ਬਾਬਾ ਦਰਬਾਰਾ ਸਿੰਘ ਸੀ। ਤੇ ਇਸ 6-7 ਸਾਲ ਦੇ ਵਕਫੇ ਦੇ ਵਿੱਚ ਸੈਂਕੜੇ ਦੀ ਗਿਣਤੀ ਦੇ ਵਿੱਚ ਜਿਹੜੇ ਨੇ ਉਹ ਕੂਕੇ ਉਹ ਆਪਣੇ ਘਰ ਘਾਟ ਜਿਹੜੇ ਸੀ ਵੇਚ ਕੇ, ਗਹਿਣੇ ਵੇਚ ਕੇ, ਆਪਣੀਆਂ ਜ਼ਮੀਨਾਂ ਜਿਹੜੀਆਂ ਸੀ ਉਹ ਗਹਿਣੇ ਰੱਖ ਕੇ ਪੈਸੇ ਇਕੱਠੇ ਕਰਕੇ ਸੰਪਰਕ ਸਥਾਪਿਤ ਕਰਦੇ ਨੇ। ਇੱਕ ਇਸ ਤਰ੍ਹਾਂ ਦੀ ਮੁਹਿੰਮ ਜਿਹੜੀ ਛੇੜੀ ਹੋਈ ਸੀ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਵੱਲੋਂ, ਉਹਦੇ ਵਿੱਚ ਸਰਗਰਮ ਨੇ। ਤੇ ਮੈਂ ਜ਼ਿਕਰ ਕਰਦਾ ਕਿ ਇੰਨੀ ਬਿਰਧ ਆਯੂ ਦਾ ਜਿਹੜਾ ਸੀ ਉਹ ਸਿੱਖ ਬਾਬਾ ਗੁਰਚਰਨ ਸਿੰਘ 6-7 ਸਾਲ ਜਿਹੜਾ ਸੀ ਮੁਲਤਾਨ ਦੀ ਜੇਲ੍ਹ ਦੇ ਵਿੱਚ ਰਿਹਾ। ਬਾਅਦ ਦੇ ਵਿੱਚ ਇਹਦੀ ਜਿਹੜੀ ਜ਼ਮਾਨਤ ਸੀ ਉਹ ਗੁਜਰਾਂਵਾਲੇ ਤੇ ਜੀਵਨ ਸਿੰਘ ਤੇ ਬਾਬੇ ਗੁਰਚਰਨ ਸਿੰਘ ਨੇ ਦਿੱਤੀ। ਤੇ ਫਿਰ ਵੀ ਹਕੂਮਤ ਬਾਬੇ ਦੀ 85-86 ਸਾਲ ਦੀ ਉਮਰ ਦੇ ਵਿੱਚ ਵੀ ਇਹਦੇ ਉੱਤੇ ਨਿਗਰਾਨੀ ਰੱਖ ਰਹੀ ਹੈ ਤੇ ਸਖਤੀ ਨਾਲ ਇੱਕ ਇਹਦੇ ਵਾਸਤੇ ਉਹਨਾਂ ਨੇ ਕਾਨੂੰਨ ਬਣਾ ਕੇ ਇਹਦੇ ਉੱਤੇ ਲਾਗੂ ਕੀਤਾ, ਇਹਦੇ ਵਾਸਤੇ ਨੋਟਿਸ ਕੱਢਿਆ ਹੈ ਕਿ ਇਹ ਕਦੇ ਵੀ ਭੈਣੀ ਸਾਹਿਬ ਨਹੀਂ ਜਾਵੇਗਾ। ਦੂਸਰੀ ਗੱਲ, ਇਹ ਕਦੇ ਵੀ ਪੰਜਾਬ ਦੇ ਵਿੱਚੋਂ ਬਾਹਰ ਨਹੀਂ ਜਾਵੇਗਾ। ਸਿਰਫ ਮੇਰਾ ਇਹ ਸਾਰੀ ਲੰਮੀ ਚੌੜੀ ਗੱਲਬਾਤ ਕਰਨ ਦਾ ਮਤਲਬ ਇੰਨਾ ਕਿ ਸਤਿਗੁਰੂ ਰਾਮ ਸਿੰਘ ਦਾ ਮਿਸ਼ਨ ਕੇਵਲ ਤੇ ਕੇਵਲ ਬਾਹੋਵਾਲ ਜੀ ਦੇ ਇੱਕ ਜਿਹੜਾ ਬਿੰਬ ਸਿਰਜਿਆ ਜਾਂਦਾ ਨਾ ਕਿਤੇ ਮਸਤਾਨਾ ਬਿਰਤੀ ਵਾਲਾ ਸਾਡੇ ਸਤਿਗੁਰੂ ਬਿਲਾਸ ਦੇ ਵਿੱਚ, ਜਿਹੜਾ ਜਨਮ ਸਾਖੀ ਤੋਂ ਪ੍ਰਭਾਵਿਤ ਹੋਇਆ ਲੱਗਦਾ ਹੈ, ਜਿਹਦਾ ਜ਼ਿਕਰ ਵਾਰ-ਵਾਰ ਇਸ ਤਰ੍ਹਾਂ ਦਾ ਮਿਲਦਾ, ਕੋ ਕਹੈ ਭੂਤ ਨਾ ਕੋਈ ਕਹੈ ਬਿਤਾਲਾ, ਕੋਈ ਆਖਿਆ ਆਦਮੀ ਨਾਨਕ ਵਿਚਾਰਾ। ਸਤਿਗੁਰੂ ਰਾਮ ਸਿੰਘ ਇੱਕ ਬਹੁਤ ਸੰਜੀਦਾ ਸਨ, ਦੇਸ਼ ਵਾਸਤੇ ਚਿੰਤਤ ਸਨ ਤੇ ਹਰ ਪੈਰ ਤੇ ਅੰਗਰੇਜ਼ ਦੀ ਗਤੀਵਿਧੀ ਤੋਂ ਪਹਿਲਾਂ ਜਾਣਨ ਵਾਲੇ ਸਨ। ਤੇ ਉਹਨਾਂ ਨੇ ਬੜੀ ਇੱਕ ਵਿਉਂਤਬੰਦੀ ਦੇ ਨਾਲ ਇੱਕ ਇਸ ਤਰ੍ਹਾਂ ਦਾ ਪ੍ਰੋਗਰਾਮ ਉਲੀਕਿਆ ਹਕੂਮਤ ਨੂੰ ਖਦੇੜਨ ਦਾ, ਜਿਹਦੇ ਵਿੱਚ ਸੈਂਕੜੇ ਕੀ ਹਜ਼ਾਰਾਂ ਕੂਕਿਆਂ ਨੇ ਪ੍ਰਾਣ ਨਿਸ਼ਾਵਰ ਕੀਤੇ ਤੇ ਜਿਨ੍ਹਾਂ ਨੇ ਆਪਣੇ ਘਰ ਘਾਟ ਦੀ, ਲਾਲਚ ਦੀ ਕਿਸੇ ਤਰ੍ਹਾਂ ਦੀ ਪਰਵਾਹ ਕਰਕੇ ਆਪਣੀ ਜ਼ਿੰਦਗੀ ਨੂੰ ਜੋਖਮ ਭਰੇ ਰਾਹਾਂ ਤੇ ਔਖੇ ਰਾਹਾਂ ਤੇ ਤੁਰਨ ਲਈ ਵੀ ਉਹਨਾਂ ਨੇ ਉਸ ਚੈਲੰਜ ਨੂੰ ਸਵੀਕਾਰ ਕੀਤਾ। ਮੈਂ ਇੰਨੀਆਂ ਕੁ ਅਰਜ਼ਾਂ ਕਰਦਾ ਖਿਮਾ ਦਾ ਜਾਚਕਾਂ। ਸਤਿ ਸ੍ਰੀ ਅਕਾਲ।